सत श्री अकाल दोस्तों, स्वागत है ਤੁਹਾਡੇ ਆਪਣੇ YouTube ਚੈਨਲ ਈਸਟ ਪੰਜਾਬ ਉੱਤੇ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਰਤਾਰ ਸਿੰਘ ਸਰਾਭੇ ਦੀ ਜੀਵਨ ਕਥਾ ਬਾਰੇ, ਜਿਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਕੀ ਸੰਘਰਸ਼ ਉਹਨਾਂ ਨੇ ਕਿਵੇਂ ਕਿਸ ਤਰ੍ਹਾਂ ਕੀਤਾ। ਆਓ ਤੁਹਾਨੂੰ ਲੈ ਚੱਲਦੇ ਹਾਂ ਵੀਡੀਓ ਦੀ ਤਰਫ। ਕਰਤਾਰ ਸਿੰਘ ਅਜੇ ਮਸਾਂ 5 ਸਾਲਾਂ ਦੇ ਸੀ। ਬਦਕਿਸਮਤੀ ਨਾਲ 1901 ਈਸਵੀ ਵਿੱਚ ਉਹਨਾਂ ਦੇ ਪਿਤਾ ਜੀ ਸਵਰਗਵਾਸ ਹੋ ਗਏ ਸਨ। ਉਹਨਾਂ ਦੀ ਮੌਤ ਤੋਂ 7 ਸਾਲ ਬਾਅਦ ਉਹਨਾਂ ਦੇ ਮਾਤਾ ਜੀ ਵੀ ਬਿਮਾਰੀ ਦੇ ਕਾਰਨ ਸਰੀਰੀ ਵਿਛੋੜਾ ਦੇ ਗਏ ਸਨ। ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਣ ਬਾਅਦ ਸਰਦਾਰ ਕਰਤਾਰ ਸਿੰਘ ਦੇ ਦਾਦੇ ਸਰਦਾਰ ਬਦਨ ਸਿੰਘ ਨੇ ਉਹਨਾਂ ਨੂੰ ਪੂਰੇ ਲਾਡਾਂ ਤੇ ਚਾਵਾਂ ਨਾਲ ਪਾਲਿਆ ਸੀ। ਸਰਦਾਰ ਬਦਨ ਸਿੰਘ ਦਾ ਪਰਿਵਾਰ ਚੰਗਾ ਸਰਦਾ ਵਰਦਾ ਤੇ ਪੜ੍ਹਿਆ ਲਿਖਿਆ ਸੀ। ਸਰਦਾਰ ਕਰਤਾਰ ਸਿੰਘ ਦੇ 3 ਚਾਚੇ ਸਨ, ਸਰਦਾਰ ਬਖਸ਼ੀਸ਼ ਸਿੰਘ, ਸਰਦਾਰ ਵੀਰ ਸਿੰਘ ਤੇ ਸਰਦਾਰ ਬਿਸ਼ਨ ਸਿੰਘ। ਪੜ੍ਹੇ ਲਿਖੇ ਹੋਣ ਦੇ ਕਾਰਨ ਉਹ ਚਾਹੁੰਦੇ ਸਨ ਕਿ ਸਰਦਾਰ ਕਰਤਾਰ ਸਿੰਘ ਵੀ ਪੜ੍ਹ ਲਿਖ ਕੇ ਕਿਸੇ ਚੰਗੀ ਸਰਕਾਰੀ ਨੌਕਰੀ ਤੇ ਪਹੁੰਚੇ। ਉਸਦੇ ਚਾਚਿਆਂ ਦੀ ਸ਼ੁਰੂ ਤੋਂ ਇਹ ਤਮੰਨਾ ਸੀ ਕਿ ਉਹ ਪੜ੍ਹ ਲਿਖ ਕੇ ਕਿਸੇ ਸਰਕਾਰੀ ਨੌਕਰੀ ਤੇ ਲੱਗੇ, ਅਤੇ ਦਾਦਾ ਜੀ ਨੇ ਮੁੱਢ ਤੋਂ ਹੀ ਉਸ ਕਰਤਾਰ ਸਿੰਘ ਦੇ ਮਨ ਅੰਦਰ ਖੇਤੀਬਾੜੀ ਕਰਨ ਨਾਲੋਂ ਪੜ੍ਹਨ ਦੀ ਜ਼ਿਆਦਾ ਲਗਨ ਪੈਦਾ ਕੀਤੀ ਸੀ। ਉਸ ਵਕਤ ਸਰਾਭੇ ਪਿੰਡ ਵਿੱਚ ਪ੍ਰਾਇਮਰੀ ਤੱਕ ਦਾ ਹੀ ਸਕੂਲ ਸੀ। ਉਹਨਾਂ ਨੇ ਪੜ੍ਹਾਈ ਦੀ ਸ਼ੁਰੂਆਤ ਪਿੰਡ ਸਰਾਭੇ ਤੋਂ ਹੀ ਕੀਤੀ ਸੀ। ਬਾਅਦ ਪਿੰਡ ਤੋਂ 3 ਮੀਲ ਦੇ ਫਾਸਲੇ ਤੇ ਪਿੰਡ ਗੁਜਰਾਲ ਦੇ ਸਕੂਲ ਵਿੱਚ ਉਹਨਾਂ ਨੇ ਮਿਡਲ ਤੱਕ ਦੀ ਪੜ੍ਹਾਈ ਕੀਤੀ ਸੀ। ਭਾਸ਼ਾ ਦਾ ਰੁਤਬਾ ਪੰਜਾਬੀ ਦੀ ਤਾਂ ਉਰਦੂ ਨੂੰ ਦਿੱਤਾ ਗਿਆ ਸੀ, ਜਿਸ ਕਰਕੇ 8ਵੀਂ ਤੱਕ ਦੀ ਸਾਰੀ ਪੜ੍ਹਾਈ ਉਹਨਾਂ ਨੇ ਉਰਦੂ ਵਿੱਚ ਹੀ ਕੀਤੀ ਸੀ। ਪੰਜਾਬੀ ਪੜ੍ਹਾਉਣੀ ਮਨਾ ਸੀ ਤੇ 8ਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਜਾਂਦਾ ਸੀ। ਅੰਗਰੇਜ਼ੀ ਉੱਕਾ ਹੀ ਨਹੀਂ ਪੜ੍ਹਾਈ ਜਾਂਦੀ ਸੀ 8ਵੀਂ ਤੱਕ। ਇਸ ਤੋਂ ਬਾਅਦ ਕਰਤਾਰ ਸਿੰਘ ਦੇ ਦਾਦੇ ਤੇ ਚਾਚਿਆਂ ਨੇ ਰਲ ਕੇ ਫੈਸਲਾ ਕੀਤਾ ਕਿ ਕਰਤਾਰ ਸਿੰਘ ਨੂੰ ਲੁਧਿਆਣਿਓਂ ਕੱਢ ਕੇ ਉੜੀਸਾ ਆਪਣੇ ਕੋਲ ਰੱਖ ਕੇ ਆਪਣੀ ਨਿਗਰਾਨੀ ਹੇਠ ਹੀ ਪੜ੍ਹਾਇਆ ਜਾਵੇ। ਕਰਤਾਰ ਸਿੰਘ ਸਰਾਭੇ ਨੇ 1912 ਵਿੱਚ ਉੜੀਸਾ ਵਿੱਚ ਰਹਿ ਕੇ ਆਪਣੀ 10ਵੀਂ ਦੀ ਪੜ੍ਹਾਈ ਪੂਰੀ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਉੱਚੀ ਵਿੱਦਿਆ ਹਾਸਲ ਕਰਨ ਲਈ ਅਮਰੀਕਾ ਜਾਣ ਦਾ ਮਨ ਬਣਾਇਆ। ਉਹਦੇ ਚਾਚੇ ਅਤੇ ਦਾਦਿਆਂ ਨੇ ਵੀ ਬਾਹਰ ਜਾਣ ਵਿੱਚ ਉਸਦੀ ਸਹਿਮਤੀ ਪ੍ਰਗਟਾਈ। ਇਸ ਤਰ੍ਹਾਂ ਕਰਤਾਰ ਸਿੰਘ ਸਰਾਭੇ ਨੇ 1912 ਦੀਆਂ ਗਰਮੀਆਂ ਵਿੱਚ 16 ਸਾਲ ਦੀ ਉਮਰ ਵਿੱਚ ਘਰਦਿਆਂ ਨੂੰ ਫਤਿਹ ਬੁਲਾਈ ਅਤੇ ਅਮਰੀਕਾ ਜਾਣ ਲਈ ਸਮੁੰਦਰੀ ਜਹਾਜ਼ ਤੇ ਬੰਗਾਲ ਦੀਆਂ ਖਾੜੀਆਂ ਵਿੱਚ ਠੱਲ ਪਿਆ। ਇੱਥੋਂ ਕੁਝ ਦਿਨਾਂ ਵਿੱਚ ਜਹਾਜ਼ ਪਹੁੰਚਦਾ ਹਾਂਗਕਾਂਗ ਅਤੇ ਉੱਥੇ ਕੁਝ ਦੇਰ ਰੁਕਣ ਤੋਂ ਬਾਅਦ ਅਖੀਰ 2 ਜੁਲਾਈ ਨੂੰ ਸਾਇਬੇਰੀਆ ਜਹਾਜ਼ ਉੱਤੇ ਸਵਾਰ ਹੋ ਕੇ ਅਮਰੀਕਾ ਨੂੰ ਚੱਲ ਪਿਆ। 28 ਜੁਲਾਈ ਨੂੰ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸਾਨ ਫਰਾਂਸਿਸਕੋ ਦੇ ਨੇੜਲੇ ਟਾਪੂ ਏਂਜਲ ਆਈਲੈਂਡ ਦੇ ਜਹਾਜ਼ ਘਾਟ ਉੱਤੇ ਜਾ ਉਤਰਿਆ। ਅਮਰੀਕਾ ਦੇ ਇਮੀਗ੍ਰੇਸ਼ਨ ਅਫਸਰ ਨੇ ਦੂਜੇ ਦੇਸ਼ ਦੇ ਵਾਸੀਆਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਉਤਰਨ ਦੀ ਆਗਿਆ ਦੇ ਦਿੱਤੀ। ਹਿੰਦੁਸਤਾਨ ਦੇ ਵਸਨੀਕਾਂ ਨੂੰ ਪੁੱਛਗਿੱਛ ਲਈ ਰੋਕ ਲਿਆ ਅਤੇ ਇਹ ਕਰਤਾਰ ਸਿੰਘ ਦਾ ਅਮਰੀਕਾ ਬਾਰੇ ਪਹਿਲਾ ਤਲਖ ਤਜਰਬਾ ਸੀ। ਇਸ ਨਾਲ ਉਸ ਨੂੰ ਡਾਢੀ ਬੇਇੱਜ਼ਤੀ ਤੇ ਨਰਾਦਰੀ ਦਾ ਅਹਿਸਾਸ ਹੋਇਆ ਅਤੇ ਗੁਲਾਮੀ ਦੀ ਚੁਭਣ ਮਹਿਸੂਸ ਹੋਈ, ਅਤੇ ਉਸ ਦੇ ਮਨ ਅੰਦਰ ਰਾਜਸੀ ਰੋਹ ਦੀ ਚਿਣਗ ਇੱਥੇ ਹੀ ਪੈਦਾ ਹੋ ਗਈ ਸੀ। ਡਾਕਟਰੀ ਵਿੱਚ ਪਾਸ ਹੋ ਜਾਣ ਤੋਂ ਬਾਅਦ ਕਰਤਾਰ ਸਿੰਘ 31 ਜੁਲਾਈ ਨੂੰ ਇਮੀਗ੍ਰੇਸ਼ਨ ਦੇ ਪੜਤਾਲੀਆ ਮਹਿਕਮੇ ਅੱਗੇ ਪੇਸ਼ ਹੋਇਆ। ਬੋਰਡ ਦੇ ਚੇਅਰਮੈਨ ਨਾਲ ਉਸਦੇ ਇੰਝ ਸਵਾਲ ਜਵਾਬ ਹੁੰਦੇ ਨੇ। ਸਵਾਲ: ਤੇਰੇ ਰਸਤੇ ਦਾ ਖਰਚਾ ਕਿਸ ਨੇ ਦਿੱਤਾ? ਜਵਾਬ: ਮੇਰੇ ਦਾਦੇ ਬਦਨ ਸਿੰਘ ਨੇ। ਸਵਾਲ: ਤੇਰੇ ਕੋਲ ਕਿੰਨੇ ਪੈਸੇ ਹਨ? ਜਵਾਬ: ਲਗਭਗ $40। ਸਵਾਲ: ਕੀ ਤੂੰ ਪਹਿਲਾਂ ਵੀ ਕਦੇ USA ਵਿੱਚ ਰਿਹਾ ਸੀ? ਜਵਾਬ: ਨਹੀਂ। ਸਵਾਲ: ਕੀ ਤੇਰਾ ਕੋਈ ਰਿਸ਼ਤੇਦਾਰ ਜਾਂ ਦੋਸਤ ਇੱਥੇ ਹਨ? ਜਵਾਬ: ਨਹੀਂ। ਸਵਾਲ: ਤੂੰ ਇੱਥੇ ਕੀ ਕਰਨ ਦੀ ਆਸ ਕਰਦਾ ਹੈ? ਜਵਾਬ: ਮੈਂ ਇੱਥੇ ਪੜ੍ਹਾਈ ਕਰਾਂਗਾ। ਸਵਾਲ: ਤੂੰ ਇੱਥੇ ਪੜ੍ਹੇਗਾ ਕਿੱਥੇ? ਜਵਾਬ: ਬਰਕਲੀ ਯੂਨੀਵਰਸਿਟੀ ਵਿੱਚ। ਸਵਾਲ: ਅਮਰੀਕਾ ਵਿੱਚ ਰਹਿੰਦੇ ਤੇਰੀ ਮਦਦ ਕਿਵੇਂ ਹੋਵੇਗੀ? ਜਵਾਬ: ਮੇਰੇ ਦਾਦੇ ਵੱਲੋਂ ਉਹ ਮੈਨੂੰ ਪੈਸੇ ਭੇਜੇਗਾ। ਸਵਾਲ: ਕੀ ਤੇਰੇ ਕੋਈ ਭਰਾ ਹੈ? ਨਹੀਂ, ਮੈਂ ਇਕਲੌਤਾ ਪੁੱਤਰ ਹਾਂ। ਸਵਾਲ: ਤੂੰ ਇੱਥੇ ਪੜ੍ਹਾਈ ਕਰਨ ਵਾਸਤੇ ਆਇਆ ਹਾਂ ਜਾਂ ਕੋਈ ਹੋਰ ਕੰਮ ਕਰਨ ਦਾ ਇਰਾਦਾ ਰੱਖਦਾ ਹੈ? ਜਵਾਬ: ਨਹੀਂ, ਮੈਂ ਇੱਥੇ ਰਹਿ ਕੇ ਪੜ੍ਹਾਈ ਕਰਨੀ ਹੀ ਚਾਹੁੰਦਾ ਹਾਂ। ਸਵਾਲ: ਕੀ ਤੂੰ ਇਸ ਦੇਸ਼ ਵਿੱਚ ਕੰਮ ਕਰੇਗਾ? ਜਵਾਬ: ਨਹੀਂ। ਸਵਾਲ: ਤੂੰ USA ਵਿੱਚ ਕਿੰਨਾ ਸਮਾਂ ਠਹਿਰੇਗਾ? ਜਵਾਬ: ਤਕਰੀਬਨ 4-5 ਸਾਲ। ਸਵਾਲ: ਯੂਨੀਵਰਸਿਟੀ ਵਿੱਚ ਕਿਹੜਾ ਵਿਸ਼ਾ ਲਵੇਂਗਾ? ਜਵਾਬ: ਇਲੈਕਟ੍ਰੀਕਲ ਇੰਜੀਨੀਅਰਿੰਗ।
ਸਵਾਲ, ਇੱਕ ਮਹੀਨੇ ਦੇ ਖਰਚੇ ਲਈ $40 ਬਹੁਤ ਥੋੜੇ ਹਨ, ਹੈ ਕਿ ਨਹੀਂ? ਜਵਾਬ, ਮੈਂ ਆਪਣੇ ਘਰੋਂ ਇਸ ਤੋਂ ਜ਼ਿਆਦਾ ਵੀ ਮੰਗਾ ਸਕਦਾ ਹਾਂ। ਸਵਾਲ, ਲੋੜ ਪੈਣ ਤੇ ਤੇਰਾ ਦਾਦਾ ਤੈਨੂੰ ਜ਼ਿਆਦਾ ਧਨ ਭੇਜ ਸਕਦਾ ਹੈ? ਜਵਾਬ, ਹਾਂ ਬਿਲਕੁਲ ਭੇਜ ਸਕਦਾ ਹੈ। ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਦੇ ਜਵਾਬਾਂ ਨਾਲ ਬੋਰਡ ਦੀ ਤਸੱਲੀ ਹੋ ਗਈ ਅਤੇ ਉਹਨੂੰ ਅਮਰੀਕਾ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਮਿਲ ਗਈ। ਇਸ ਤਰ੍ਹਾਂ ਬੰਦਰਗਾਹ ਉੱਤੇ 3 ਦਿਨਾਂ ਦੀ ਹਿਰਾਸਤ ਤੋਂ ਬਾਅਦ ਉਹਨੇ 31 ਜੁਲਾਈ ਨੂੰ ਅਮਰੀਕਾ ਦੀ ਧਰਤੀ ਤੇ ਪਹਿਲਾ ਕਦਮ ਧਰਿਆ। ਦਸੰਬਰ 1912 ਵਿੱਚ ਕਰਤਾਰ ਸਿੰਘ ਸਰਾਭਾ ਅਸਟੋਰੀਆ ਵਿਖੇ ਲੱਕੜੀ ਦੀ ਮਿੱਲ ਵਿੱਚ ਕੰਮ ਕਰਦਾ ਸੀ। ਗਦਰ ਪਾਰਟੀ ਦਾ ਇੱਕ ਹੋਰ ਆਗੂ ਨਵਾਬ ਖਾਨ, ਜਿਹੜਾ ਪਿੱਛੋਂ ਜਾ ਕੇ ਵਾਅਦਾ ਮਾਫ ਗਵਾਹ ਬਣ ਗਿਆ ਸੀ, ਉਸਨੇ ਜੱਜ ਅੱਗੇ ਗਵਾਹੀ ਦਿੰਦਿਆਂ ਸਰਦਾਰ ਕਰਤਾਰ ਸਿੰਘ ਸਰਾਭਾ 1912 ਵਿੱਚ ਅਸਟੋਰੀਆ ਵਿਖੇ ਹੋਣ ਦੀ ਪੁਸ਼ਟੀ ਕੀਤੀ ਸੀ। ਜਨਵਰੀ 1913 ਵਿੱਚ ਬਰਕਲੀ ਯੂਨੀਵਰਸਿਟੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ। ਸਰਦਾਰ ਕਰਤਾਰ ਸਿੰਘ ਸਰਾਭਾ ਜ਼ਿਆਦਾ ਸਮਾਂ ਯੂਲੋ ਕਾਉਂਟੀ ਵਿੱਚ ਭਾਈ ਬੂੜਾ ਸਿੰਘ ਹੁਣਾਂ ਕੋਲ ਹੀ ਰਿਹਾ। ਇਸ ਕਰਕੇ ਉਹਨਾਂ ਨੇ ਪਾਰਟੀ ਦੇ ਜਲਸਿਆਂ ਦੀ ਸ਼ੁਰੂਆਤ ਮਾਰਚ 1913 ਵਿੱਚ ਯੂਲੋ ਤੋਂ ਹੀ ਸ਼ੁਰੂ ਕੀਤੀ ਸੀ। ਇਸ ਸਮੇਂ ਦੌਰਾਨ ਬਰਕਲੀ ਯੂਨੀਵਰਸਿਟੀ ਵਿੱਚ ਲਗਾਤਾਰ ਉਹਨਾਂ ਦਾ ਆਉਣ ਜਾਣ ਬਣਿਆ ਹੋਇਆ ਸੀ ਅਤੇ ਲਾਲਾ ਹਰਦਿਆਲ ਸਿੰਘ ਅਤੇ ਹੋਰ ਭਾਰਤੀ ਵਿਦਿਆਰਥੀਆਂ ਨੂੰ ਲਗਾਤਾਰ ਮਿਲਦੇ ਜੁਲਦੇ ਰਹਿੰਦੇ ਸਨ। ਭਾਵ ਜੂਨ ਤੋਂ ਲੈ ਕੇ ਸਤੰਬਰ ਤੱਕ ਸਰਾਭਾ ਕੈਲੀਫੋਰਨੀਆ ਵਿੱਚ ਲਗਾਤਾਰ ਇਨਕਲਾਬੀ ਸਰਗਰਮੀਆਂ ਵਿੱਚ ਮਸਰੂਫ ਰਿਹਾ। ਸਰਾਭਾ ਅਸਟੋਰੀਆ ਤੋਂ ਮੁੜਨ ਵੇਲੇ ਤੱਕ ਸੱਚੇ ਇਨਕਲਾਬ ਵਿੱਚ ਢਲ ਚੁੱਕਿਆ। ਬਰਤਾਨਵੀ ਸਾਮਰਾਜ ਤੋਂ ਆਪਣੇ ਮੁਲਕ ਨੂੰ ਆਜ਼ਾਦ ਕਰਵਾਉਣ ਲਈ 9 ਦਸੰਬਰ ਨੂੰ ਅਖਬਾਰ ਉਰਦੂ ਦੇ ਨਾਲ ਗਦਰ ਗੁਰਮੁਖੀ ਵਿੱਚ ਲਿਖਣਾ ਵੀ ਆਰੰਭ ਕਰ ਦਿੱਤਾ ਗਿਆ ਸੀ। ਸਾਰਿਆਂ ਨਾਲੋਂ ਵੱਧ ਕੰਮ ਕਰਤਾਰ ਸਿੰਘ ਸਰਾਭਾ ਕਰਦੇ ਸਨ ਅਤੇ ਸਾਰੇ ਕੰਮ ਦੀ ਰੀੜ੍ਹ ਦੀ ਹੱਡੀ ਬਣ ਚੁੱਕੇ ਸਨ। ਲਿਖਣ ਦਾ ਜ਼ਿਆਦਾ ਕੰਮ ਲਾਲਾ ਹਰਦਿਆਲ ਸਿੰਘ ਕਰਦੇ ਸਨ ਅਤੇ ਉਹਨਾਂ ਦੀ ਸਮੁੱਚੀ ਲਿਖਤ ਉਰਦੂ ਵਿੱਚ ਹੁੰਦੀ ਸੀ। ਉਹਦੀ ਤਰਜਮਾਨੀ ਸਰਦਾਰ ਕਰਤਾਰ ਸਿੰਘ ਸਰਾਭਾ ਹੀ ਕਰਦੇ ਸਨ। ਕਰਤਾਰ ਸਿੰਘ ਸਰਾਭਾ ਕੇਵਲ ਤਕਨੀਕੀ ਕੰਮ ਜਾਂ ਅਖਬਾਰੀ ਕਾਮਾਂ ਨਹੀਂ ਸੀ, ਉਸ ਦੇ ਮੋਢਿਆਂ ਤੋਂ ਭਾਰ ਘਟਾਉਣ ਲਈ ਸਰਦਾਰ ਅਮਰ ਸਿੰਘ ਨੂੰ ਅਜਮਾਇਆ ਗਿਆ, ਪਰ ਉਹਨਾਂ ਦੀ ਲਿਖਾਈ ਸਰਦਾਰ ਕਰਤਾਰ ਸਿੰਘ ਸਰਾਭੇ ਜਿੰਨੀ ਸੁੰਦਰ ਨਹੀਂ ਸੀ। 24 ਫਰਵਰੀ ਤੋਂ ਇਹ ਕੰਮ ਫੇਰ ਕਰਤਾਰ ਸਿੰਘ ਸਰਾਭੇ ਨੇ ਹੀ ਸਾਂਭ ਲਿਆ। ਇਸੇ ਦੌਰਾਨ 2 ਹੋਰ ਵਰਕਰ ਬਸੰਤ ਸਿੰਘ ਲੁਧਿਆਣਾ ਤੇ ਕਰਤਾਰ ਸਿੰਘ ਲਤਾਲਾ ਸ਼ਾਮਲ ਹੋ ਗਏ। ਜਿੰਨਾ ਚਿਰ ਅਖਬਾਰ ਕਰਤਾਰ ਸਿੰਘ ਸਰਾਭੇ ਦੀ ਦੇਖ-ਰੇਖ ਹੇਠ ਛਪਦਾ ਰਿਹਾ, ਉਨਾ ਚਿਰ ਉਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਬਾਅਦ ਵਿੱਚ ਜਾ ਕੇ ਜਦੋਂ ਸਰਾਭੇ ਨੇ ਅਖਬਾਰ ਦਾ ਕੰਮ ਛੱਡ ਜਥੇਬੰਦੀ ਦੀਆਂ ਹੋਰ ਵਧੇਰੇ ਅਹਿਮ ਜ਼ਿੰਮੇਵਾਰੀਆਂ ਓਟ ਲਈਆਂ, ਲਾਲਾ ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਉਪਰੰਤ ਉਹਦੀ ਥਾਂ ਨਵੀਂ ਸੰਪਾਦਕੀ ਟੀਮ, ਜਿਸ ਵਿੱਚ ਹਰਨਾਮ ਸਿੰਘ, ਰਾਮਚੰਦਰ ਤੇ ਭਗਵਾਨ ਸਿੰਘ ਪ੍ਰੀਤਮ ਆਦਿ ਸ਼ਾਮਲ ਸਨ। ਜਦੋਂ ਬਰਤਾਨਵੀ ਸਰਕਾਰ ਨੇ ਗਦਰ ਪਾਰਟੀ ਦੀਆਂ ਲਿਖਤਾਂ ਅਤੇ ਗਦਰ ਪਾਰਟੀ ਦੀਆਂ ਸਰਗਰਮੀਆਂ ਕਰਕੇ ਅਮਰੀਕਾ ਅੰਦਰ ਨਫ਼ਰਤ ਤੇ ਰੋਹ ਦਾ ਮਾਹੌਲ ਪੈਦਾ ਹੁੰਦੇ ਦੇਖਿਆ, ਬਰਤਾਨਵੀ ਹਾਕਮ ਇਹ ਸਾਰੇ ਮਸਲੇ ਦੀ ਜੜ ਲਾਲਾ ਹਰਦਿਆਲ ਸਿੰਘ ਨੂੰ ਸਮਝਦੇ ਸਨ। ਉਹਨਾਂ ਦਾ ਵਿਚਾਰ ਸੀ ਜੇ ਅਮਰੀਕਾ ਸਰਕਾਰ ਉਸ ਨੂੰ ਡਿਪੋਰਟ ਕਰਕੇ ਭਾਰਤ ਭੇਜ ਦੇਵੇ ਤਾਂ ਅਮਰੀਕਾ ਅੰਦਰ ਗਦਰ ਪਾਰਟੀ ਦਾ ਸਾਰਾ ਕੰਮ ਠੱਪ ਹੋ ਜਾਵੇਗਾ। ਲਾਲਾ ਹਰਦਿਆਲ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੀ ਯੋਜਨਾ ਨੂੰ ਪੂਰਾ ਕਰਨ ਲਈ ਫਰਾਂਸਿਸਕੋ ਅੰਦਰਲੇ ਦੂਤਵਾਸ ਨੇ ਉਸ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਕਰਕੇ ਉਸ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਚੁੱਕੇ ਸਨ। ਉਧਰ ਗਦਰ ਪਾਰਟੀ ਦੇ ਆਗੂ ਵੀ ਬਰਤਾਨਵੀ ਸਰਕਾਰ ਦੀਆਂ ਚਾਲਾਂ ਉੱਤੇ ਤਿੱਖੀ ਨਜ਼ਰ ਰੱਖ ਰਹੇ ਸਨ। ਲਾਲਾ ਹਰਦਿਆਲ ਨੂੰ ਇਕੱਲਿਆਂ ਆਸ਼ਰਮ ਤੋਂ ਬਾਹਰ ਕਦੀ ਵੀ ਜਾਣ ਨਹੀਂ ਦਿੱਤਾ ਜਾਂਦਾ ਸੀ। ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਹੀ ਦੋ ਜੁਝਾਰੂ ਹਰਨਾਮ ਸਿੰਘ ਕੋਟਲਾ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਸਦਾ ਪਿਸਤੌਲ ਭਰ ਕੇ ਉਹਦੇ ਸੱਜੇ ਖੱਬੇ ਰਹਿੰਦੇ ਸਨ। ਗਦਰ ਪਾਰਟੀ ਦੀ ਸਥਾਪਨਾ ਵੇਲੇ ਇਹ ਫੈਸਲਾ ਕਰ ਲਿਆ ਗਿਆ ਸੀ, ਭਾਰਤ ਅੰਦਰ ਹਥਿਆਰਬੰਦ ਤਾਕਤਾਂ ਦੇ ਜ਼ੋਰ ਨਾਲ ਅੰਗਰੇਜ਼ੀ ਰਾਜ ਦਾ ਖਾਤਮਾ ਕੀਤਾ ਜਾਵੇ। ਕਰਤਾਰ ਸਿੰਘ ਸਰਾਭੇ ਨੂੰ ਇੱਕ ਜਰਮਨੀ ਕੰਪਨੀ ਕੋਲ ਹਵਾਈ ਜਹਾਜ਼ ਦੀ ਸਿਖਲਾਈ ਲੈਣ ਦਾ ਇੰਤਜ਼ਾਮ ਕੀਤਾ ਗਿਆ। ਬਾਬਾ ਸੋਹਣ ਸਿੰਘ ਭਾਗਣਾ ਦੱਸਦੇ ਹਨ, ਇੱਕ ਦਿਨ ਉਹ ਜਗੰਤਰਾ ਆਸ਼ਰਮ ਵਿੱਚ ਬੈਠੇ ਸਨ ਤੇ ਕਰਤਾਰ ਸਿੰਘ ਸਰਾਭਾ ਵੀ ਆ ਗਿਆ। ਉਸਨੇ ਇਹ ਖੁਸ਼ਖਬਰੀ ਦਿੱਤੀ ਕਿ ਮੈਂ ਹਵਾਈ ਜਹਾਜ਼ ਉਡਾਉਣਾ ਸਿੱਖ ਆਇਆ ਹਾਂ। ਅਜੇ ਹਵਾਈ ਜਹਾਜ਼ ਖਰੀਦਣ ਦਾ ਪ੍ਰਬੰਧ ਕਰ ਰਹੇ ਸਾਂ, ਉਦੋਂ ਤੱਕ ਕਾਮਾਗਾਟਾ ਮਾਰੂ ਜਹਾਜ਼
ਹਿੰਦੁਸਤਾਨ ਨੂੰ ਮੋੜਨ ਦੀ ਖਬਰ ਪਹੁੰਚ ਗਈ। ਮੇਰੇ ਭੈਣੋ ਤੇ ਭਰਾਵੋ, ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਨਾਲੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ।